ਤੁਸੀਂ ਵੇਖ ਰਹੇ ਹੋ BBC ਪੰਜਾਬ ਟੀਵੀ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 100 ਸਾਲ ਪੁਰਾਣਾ ਇਤਿਹਾਸ ਹੈ ਐਂਡ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਗਾਤਾਰ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜੀ। ਜਦੋਂ ਆ 3 ਆਰਡੀਨੈਂਸ ਸੈਂਟਰ ਦੀ ਸਰਕਾਰ ਆਪਣੀ ਕੈਬਨਿਟ ਲੈ ਕੇ ਆਈ, ਸਾਡੀ ਮੰਤਰੀ ਉੱਥੇ ਹਰਸਿਮਰਤ ਕੌਰ ਬਾਦਲ ਸੀ, ਉਹਨਾਂ ਨੇ ਉੱਥੇ ਹੀ ਆਬਜੈਕਸ਼ਨ ਕੀਤਾ ਕਿ ਜੇ ਕਿਸਾਨਾਂ ਦੇ ਤੁਸੀਂ ਕਹਿ ਰਹੇ ਆਰਡੀਨੈਂਸ ਹੈ, ਕੀ ਤੁਸੀਂ ਕਿਸਾਨਾਂ ਨੂੰ ਪੁੱਛਿਆ, ਕੀ ਕਿਸਾਨ ਆਰਗੇਨਾਈਜੇਸ਼ਨ ਨੂੰ ਪੁੱਛਿਆ, ਕੀ ਕਿਸਾਨ ਦੇ ਸੰਬੰਧਿਤ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਪੁੱਛਿਆ? ਜਿੰਨਾ ਤੱਕ ਤੁਸੀਂ ਇਹਨਾਂ ਨੂੰ ਪੁੱਛਦੇ ਨਹੀਂ, ਆਹ ਆਰਡੀਨੈਂਸ ਨਹੀਂ ਪਾਸ ਹੋਣਾ ਚਾਹੀਦਾ। ਮੈਂ ਪਾਰਲੀਮੈਂਟ 'ਚ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ NDA ਦਾ ਹਿੱਸਾ ਹੈ, ਸਰਕਾਰ ਦਾ ਵੀ ਹਿੱਸਾ ਹੈ, ਕਿਉਂਕਿ ਕਿਸਾਨਾਂ ਦੇ ਹੱਕ 'ਚ ਆਰਡੀਨੈਂਸ ਸੀ। ਕਿਹਾ ਜਾਂਦਾ ਹੈ ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਪੁੱਛਣਾ ਚਾਹੀਦਾ ਸੀ, ਸਾਨੂੰ ਵੀ ਨਹੀਂ ਪੁੱਛਿਆ ਸੀ। ਪਰ ਇਹਨਾਂ ਨੇ ਆਰਡੀਨੈਂਸ ਪਾਸ ਕਰਤਾ। ਉਹਦੇ ਬਾਅਦ 2 ਮਹੀਨੇ ਲਗਾਤਾਰ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲ ਕੀਤੀ, ਕਿਉਂਕਿ ਕਿਸਾਨਾਂ ਨੂੰ ਜਦੋਂ ਅਖਬਾਰ 'ਚ ਆਰਡੀਨੈਂਸ ਬਾਰੇ ਆਇਆ ਬੜੀ ਚਿੰਤਾ ਹੋਈ, ਹੈਰਾਨੀ ਹੋਈ, ਗੁੱਸਾ ਆਇਆ। ਅਸੀਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਮਿਲਿਆ, ਮੈਂ ਹਰ ਕਿਸਾਨ ਜਥੇਬੰਦੀ ਨੂੰ ਮਿਲਿਆ, ਮੈਂ ਹਰ ਕਿਸਾਨ ਦੀ ਜਿਹੜੀ ਲੀਡਰ ਹੈ ਉਹਨਾਂ ਨੂੰ ਮਿਲਿਆ, ਆਮ ਪਿੰਡਾਂ ਜਾ ਕੇ ਕਿਸਾਨਾਂ ਨੂੰ ਮਿਲਿਆ। ਮੈਂ ਉਹਨਾਂ ਨੂੰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੀ ਕੀ ਸ਼ੰਕਾएं ਹੈ। ਉਹਨਾਂ ਨੇ ਮੈਨੂੰ ਸਾਰੀਆਂ ਸ਼ੰਕਾएं ਦੱਸੀਆਂ। ਮੈਂ ਸਾਰੀਆਂ ਹੀ ਸ਼ੰਕਾएं ਸੈਂਟਰ ਦੇ ਵਜ਼ੀਰ ਤੋਮਰ ਸਾਹਿਬ ਨੂੰ ਤੇ ਸਾਰੀ ਸੈਂਟਰ ਦੀ ਲੀਡਰਸ਼ਿਪ ਦੱਸਦਾ ਰਿਹਾ। ਮੇਰੀ ਕੋਸ਼ਿਸ਼ ਸੀ, ਸਾਡੀ ਕੋਸ਼ਿਸ਼ ਸੀ ਕਿ ਐਕਟ ਬਣਾਉਣ ਤੋਂ ਪਹਿਲੇ ਘੱਟ ਤੋਂ ਘੱਟ ਸਾਰੀ ਕਿਸਾਨਾਂ ਦੀ ਸ਼ੰਕਾएं ਦੂਰ ਹੋ ਜਾਣ। ਸੋ ਜਿਹੜੀ ਆਰਡੀਨੈਂਸ ਬਣਾਇਆ ਸੀ ਉਹਦੇ ਜੋ ਚੇਂਜਸ ਲਿਆਉਣੀਆਂ ਪਈਆਂ ਉਹ ਲੈ ਕੇ ਆ ਜਾਣ। ਜਦੋਂ ਐਕਟ ਆਏ ਕਿਸਾਨ ਇਹਨੂੰ ਪਸੰਦ ਕਰਨ, ਕਿਸਾਨ ਇਹਨੂੰ ਚੰਗਾ ਸਮਝਣ ਤੇ ਕਿਸਾਨ ਦੇ ਹੱਕ 'ਚ ਚੀਜ਼ਾਂ ਆਉਣ। 2 ਮਹੀਨੇ ਦੇ ਕੋਸ਼ਿਸ਼ ਦੇ ਬਾਵਜੂਦ ਆ ਗੱਲ ਨਹੀਂ ਹੋਈ। ਅਸੀਂ ਸਰਕਾਰ ਨੂੰ ਇੱਕ ਗੱਲ ਕਹਿਤੀ ਸੀ ਕਿ ਜੇ ਤੁਸੀਂ ਬਗੈਰ ਕੋਈ ਚੇਂਜ, ਬਗੈਰ ਕੋਈ ਚੀਜ਼ ਕੀਤੇ ਤੁਸੀਂ ਜੇ ਆ ਐਕਟ ਲੈ ਕੇ ਆਉਂਗੇ, ਫਿਰ ਅਸੀਂ ਐਕਟ ਦੀ ਸਪੋਰਟ ਨਹੀਂ ਕਰ ਸਕਦੇ, ਅਸੀਂ ਐਕਟ ਦੇ ਖਿਲਾਫ ਵੋਟ ਪਾਵਾਂਗੇ। ਪਰ ਜਦੋਂ ਆ ਐਕਟ ਅਸੈਂਬਲੀ 'ਚ ਆਇਆ, ਅਸੀਂ ਕੋਸ਼ਿਸ਼ ਵੀ ਕੀਤੀ ਕਿ ਐਕਟ ਨੂੰ ਅੱਗੇ ਪੋਸਟਪੋਨ ਕੀਤਾ ਜਾਏ, ਕੋਈ ਸਿਲੈਕਟ ਕਮੇਟੀ ਪਾਰਲੀਮੈਂਟ 'ਚ ਭੇਜਿਆ ਜਾਏ, ਜਿਸ ਨਾਲ ਆਮ ਜਿਹੜੇ ਲੋਕ ਹੈ ਕਿਸਾਨ, ਉਹਨਾਂ ਦੀ ਭਾਵਨਾ ਉਹ ਕਮੇਟੀ ਸਮਝ ਕੇ ਜੋ ਸੋਧ ਕਰਨਾ ਪਏ ਉਹ ਸੋਧ ਕਰ ਸਕੇ। ਪਰ ਉਹਨਾਂ ਨੇ ਨਾ ਐਕਟ ਪਾਰਲੀਮੈਂਟ ਕਮੇਟੀ ਨੂੰ ਭੇਜਿਆ, ਨਾ ਕੀਤਾ ਕਿ ਹੋਰ ਕੀਤਾ। ਜਾਇਜ਼ਾ ਐਕਟ ਬਣ ਕੇ, ਜਾਇਜ਼ਾ ਆਰਡੀਨੈਂਸ ਬਣ ਕੇ ਆਇਆ ਸੀ, ਉਵੇਂ ਹੀ ਐਕਟ ਪੇਸ਼ ਕਰਤਾ। ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ, ਕਿਉਂਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਗਰੀਬ ਕਿਸਾਨਾਂ ਦੀ ਪਾਰਟੀ ਹੈ, ਮਜ਼ਦੂਰਾਂ ਦੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ। ਅਸੀਂ ਕੋਈ ਉਸ ਚੀਜ਼ ਦਾ ਸਮਰਥਨ ਨਹੀਂ ਕਰ ਸਕਦੇ ਜਿਹੜੀ ਸਾਡੇ ਪੰਜਾਬੀ ਜਿਹਨਾਂ ਨੂੰ ਨਹੀਂ ਪਸੰਦ ਕਰਦੇ। ਤੋ ਇਸ ਕਰਕੇ ਅਸੀਂ ਉਹਦਾ ਵਿਰੋਧ ਕੀਤਾ। ਤੇ ਨਾਲੇ ਕਿਉਂਕਿ ਇਹ ਸਰਕਾਰ ਨੇ ਐਕਟ ਪੂਰੇ ਪ੍ਰੈਸ਼ਰ ਨਾਲ ਪਾਸ ਕੀਤਾ, ਅਸੀਂ ਸਮਝਿਆ ਕਿ ਅਸੀਂ ਉਸ ਹਿੱਸਾ ਸਰਕਾਰ ਦਾ ਨਹੀਂ ਬਣ ਸਕਦੇ। ਤਾਂ ਅਸੀਂ ਜਿਹੜੀ ਸਾਡੀ ਮਿਨਿਸਟਰ ਹੈ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਮੈਂ ਪਾਰਲੀਮੈਂਟ 'ਚ ਅਨਾਉਂਸ ਕੀਤਾ, ਉਸੇ ਟਾਈਮ ਅਸੀਂ ਪਾਰਲੀਮੈਂਟ 'ਚ ਅਸਤੀਫਾ ਵੀ ਦੇ ਦਿੱਤਾ। ਸਰ, ਇੱਕ ਵੱਡੀ ਲੜਾਈ ਸੀ, ਲੱਗਦਾ ਹੈ ਮੁਕੰਮਲ ਹੋਈ ਹੈ, ਕਿਉਂਕਿ ਕਿਸਾਨਾਂ ਦੀ ਇਹ ਲੜਾਈ ਬਾਕੀ ਹੈ, ਤੁਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹੋ। ਅਸੀਂ ਕਿਸਾਨਾਂ ਦੇ ਨਾਲ ਹੈ ਤੇ ਲੜਾਈ ਲੜਦੇ ਰਹਾਂਗੇ, ਉਹਨਾਂ ਦੀ ਆਵਾਜ਼ ਬਣ ਕੇ ਜਿੱਥੇ ਲੋੜ ਪਈ ਅਸੀਂ ਜਾਵਾਂਗੇ ਤੇ ਸੰਘਰਸ਼ ਕਰਾਂਗੇ। ਪਰ ਮੈਂ ਇੰਨਾ ਇੰਸ਼ੋਰ ਕਰਦਾ ਕਿ ਕਿਸਾਨਾਂ ਦੀ ਲੜਾਈ ਜਿਵੇਂ ਸ਼੍ਰੋਮਣੀ ਅਕਾਲੀ ਦਲ ਲੜਦੇ ਰਹੇ, ਜਿਵੇਂ ਮੇਰੇ ਪਿਤਾ ਨੇ ਸਾਰੀ ਜ਼ਿੰਦਗੀ ਕਿਸਾਨਾਂ ਦੀ ਲੜਾਈ ਲੜੀ, ਉਹਨਾਂ ਦਾ ਬੇਟੇ ਹੋਣ ਦੇ ਨਾਤੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਆ ਮੇਰਾ ਫਰਜ਼ ਹੈ ਤੇ ਇਹ ਲੜਾਈ ਅੱਗੇ ਹੋ ਕੇ ਲੜਾਂਗੇ। ਮੈਮ, ਜੇ ਤੁਸੀਂ ਕੀ ਕਹਿਣਾ ਚਾਹੋਗੇ, ਲੰਮਾ ਸਮਾਂ ਤੁਸੀਂ ਨਾਲ ਰਹੇ ਸਰਕਾਰ ਦੇ, ਲੰਮਾ ਹਿੱਸਾ ਸੀ, ਕਿਹੋ ਜਿਹਾ ਫੈਸਲਾ ਰਿਹਾ? ਅੱਜ ਪੰਜਾਬ ਦੀ ਧੀ ਹੋਣ ਦੇ ਨਾਤੇ, ਕਿਸਾਨਾਂ ਦੀ ਭੈਣ ਹੋਣ ਦੇ ਨਾਤੇ, ਜਿਹੜਾ ਪਿਛਲੇ ਕਈ ਹਫ਼ਤਿਆਂ ਤੋਂ ਮੇਰੇ ਬਜ਼ੁਰਗ ਕਿਸਾਨ, ਮੇਰੀ ਮਾਤਾਵਾਂ, ਮੇਰੇ ਵੀਰ, ਨੌਜਵਾਨ ਬੱਚੇ ਕੇਂਦਰ ਤਾਈਂ ਆਪਣੀ ਇਸ ਆਰਡੀਨੈਂਸ ਦੇ ਖਿਲਾਫ ਆਵਾਜ਼ ਪਹੁੰਚਾਉਣ ਵਾਸਤੇ ਇਸ ਕੋਵਿਡ ਦੀ ਮਹਾਮਾਰੀ ਦੇ ਭੈ ਤੋਂ ਉੱਪਰ ਉੱਠ ਕੇ ਸੜਕਾਂ 'ਤੇ ਉਤਰੇ ਹੋਏ ਸੀਗੇ, ਇਸ ਡਰ ਤੇ ਇਸ ਸ਼ੰਕਾ ਦੇ ਨਾਲ ਕਿ ਇਸ ਐਕਟ ਨੂੰ ਲਾਗੂ ਹੋਣ ਤੋਂ ਬਾਅਦ ਪੰਜਾਬ ਦਾ ਖਰੀਦ ਦਾ ਢਾਂਚਾ, ਸਰਕਾਰੀ ਖਰੀਦ ਦਾ ਢਾਂਚਾ, MSP ਸਾਰਾ ਢਾਂਚਾ ਵਿਗੜਨ ਦੇ ਨਾਲ ਆਉਣ ਵਾਲੇ ਸਮੇਂ 'ਚ ਕਿਸਾਨਾਂ ਦਾ ਭਵਿੱਖ, ਉਹਨਾਂ ਦਾ ਬੱਚਿਆਂ ਦਾ ਭਵਿੱਖ ਬਿਲਕੁਲ ਤੈਸ਼ ਨੈਸ਼ ਹੋ ਕੇ ਉਹ
ਆਪਣੇ ਜ਼ਮੀਨਾਂ 'ਚ ਮਜ਼ਦੂਰ ਦੇ ਬਰਾਬਰ ਦੇ ਵੀ ਨਹੀਂ ਰਹਿ ਜਾਣਗੇ। ਕਈ ਉਹਨਾਂ ਦੇ ਮਨਾਂ 'ਚ ਇਹ ਸ਼ੰਕਾ ਸੀਗੀਆਂ ਜਿਹਦੇ ਕਰਕੇ ਲਗਾਤਾਰ ਕਈ ਹਫ਼ਤਿਆਂ ਤੋਂ ਉਹ ਸੜਕਾਂ ਤੇ ਉਤਰੇ ਹੋਏ ਸੀਗੇ। ਭਾਵੇਂ ਇਸ ਆਰਡੀਨੈਂਸ ਦੇ ਆਉਣ ਤੋਂ ਪਹਿਲੇ ਜਦ ਇੰਟਰ ਮਿਨਿਸਟਰੀਅਲ ਸਲਾਹ ਮਸ਼ਵਰਾ ਹੋਇਆ ਸੀ, ਮੈਂ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਮੰਤਰੀ ਹਾਂ ਤੇ ਮੈਨੂੰ ਇੰਡਸਟਰੀ ਦੇ ਪੱਖੋਂ ਆਪਣੇ ਕਮੈਂਟਸ ਦੇਣੇ ਸੀਗੇ ਤੇ ਇਹ ਇੰਡਸਟਰੀ ਦੇ ਹੱਕ ਵਿੱਚ ਸੀਗਾ। ਲੇਕਿਨ ਉਹਦੇ ਬਾਵਜੂਦ ਮੈਂ ਆਪਣੇ ਕਮੈਂਟਸ 'ਚ ਆ ਲਿਖਿਆ ਕਿ ਸਟੇਕ ਹੋਲਡਰਸ ਜਿਹੜੇ ਹੈਗੇ ਉਹਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਹੈ ਤੇ ਸੂਬੇ ਦੀ ਸਰਕਾਰਾਂ ਦੇ ਭਰੋਸੇ ਲੈ ਕੇ ਤਾਂ ਹੀ ਇਹ ਕੋਈ ਕਾਨੂੰਨ ਆਉਣਾ ਚਾਹੀਦਾ ਹੈਗਾ। ਇਹ ਮਈ ਦੇ ਮਹੀਨੇ ਦੀ ਗੱਲ ਹੈ। ਜਦ ਜੂਨ ਦੇ ਮਹੀਨੇ 'ਚ ਪਤਾ ਲੱਗਿਆ ਕਿ ਆਰਡੀਨੈਂਸ ਆਉਣ ਵਾਲਾ ਹੈਗਾ, ਉਸ ਤੋਂ ਪਹਿਲੇ ਵੀ ਮੈਂ ਕੈਬਨਿਟ 'ਚ ਇਸ ਗੱਲ ਨੂੰ ਉਠਾਇਆ ਕਿ ਜ਼ਮੀਨੀ ਪੱਧਰ 'ਚ ਕਿਸਾਨਾਂ ਦੇ ਮਨਾਂ 'ਚ ਬਹੁਤ ਵੱਡਾ ਰੋਸ ਵੀ ਹੈਗਾ ਤੇ ਬਹੁਤ ਵੱਡਾ ਡਰ ਵੀ ਹੈਗਾ ਤੇ ਕੋਈ ਇਹੋ ਜਿਹੇ ਆਰਡੀਨੈਂਸ ਨਹੀਂ ਆਉਣੇ ਚਾਹੀਦੇ ਜਦੋਂ ਤਾਈਂ ਉਹਨਾਂ ਦੇ ਮਨਾਂ ਦੀ ਸ਼ੰਕਾਵਾਂ ਨੂੰ ਦੂਰ ਨਾ ਕੀਤਾ ਜਾਏ, ਉਹਨਾਂ ਨੂੰ ਭਰੋਸੇ 'ਚ ਨਾ ਲਿੱਤਾ ਜਾਏ, ਨਹੀਂ ਤਾਂ ਬਹੁਤ ਵੱਡਾ ਅੰਦੋਲਨ ਖੜਾ ਹੋ ਸਕਦਾ ਹੈ। ਇਹਦੇ ਬਾਵਜੂਦ ਕੈਬਨਿਟ ਵਿੱਚ ਏਜੰਡਾ ਵਿੱਚ ਨਹੀਂ, ਟੇਬਲ ਆਈਟਮ ਵਿੱਚ ਇਹ ਟੇਬਲ ਕੀਤਾ ਗਿਆ। ਉੱਥੇ ਇੱਕ ਵਾਰ ਫਿਰ ਮੈਂ ਪੁਰਜ਼ੋਰ ਬੇਨਤੀ ਕੀਤੀ ਕਿ ਪਹਿਲੇ ਸਟੇਕ ਕਿਸਾਨਾਂ ਦੇ ਨਾਲ ਮਸ਼ਵਰਾ ਕਰਕੇ ਤਾਂ ਹੀ ਇਹ ਆਰਡੀਨੈਂਸ ਲਾਇਆ ਜਾਏ ਤੇ जब उत्थे सुनवाई नहीं हुई फिर भी लगातार 2 महीने 2.5 महीने मैं अपनी आवाज़ हर लेवल से, मंत्री के लेवल से, प्रधानमंत्री के लेवल से, हर लेवल से मैं उठाई तो लगातार श्रोमणी अकाली दल हरेक किसान वर्ग यूनियंस के नाल साडी पार्टी के प्रधान, साडी पार्टी की लीडरशिप उन्हां दे नाल गलबात करके उन्हां दी शंकावां सेंट्रल लीडरशिप नूं कन्वे करते रहे। कई बारी कृषि मंत्री जी ने उन्हां दे नाल गलबात भी करवाई, मुलाकात भी कराई, वीडियो कॉन्फ्रेंसिंग भी कराई तो अपने वालों असी पूरी कोशिश की कि उन्होंने भरोसा दिता जाए कि उन्होंने शंकावां बेबुनियाद है। लेकिन ये बावजूद जब 2.5 महीने विच ना किसी किसान, ना मजदूर या किसी आड़तीए के मन में एक कॉन्फिडेंस नहीं आया, असी उन्होंने कॉन्फिडेंस नहीं जित सके। फिर पार्लीमेंट का सैशन जब शुरू होया असी बेनती की कि उन्होंने भरोसे च लैन तो बिना ये ना पार्लीमेंट च लाया जाए। ये बावजूद जब पहले ही शुरुआत के दिनों च ही ये तीनों ऑर्डीनेंस लाए गए तो सुखबीर जी ने नड्डा साहब नाल मुलाकात की थी। असी सारे सीनियर लीडरशिप नाल मुलाकात करके उन्होंने दसिया कि सानू इहदा विरोध करना पऊगा क्योंकि किसानां दा भरोसा नहीं लिता गया हैगा ते असी किसानां दे मगर किसान साडी जिंद जान हैगी, साडे श्रोमणी अकाली दल की रीढ़ की हड्डी हैगी। आज जिस मुकाम तक मैं पहुंची हाँ ये मेरे किसान वीर ने जिन्हों के करके मैनू ये मान सत्कार अहदे मैनू मिले ने। मेरी ज़मीर ये नहीं मानती कि साडी पार्टी ਇਹਦਾ विरोध करे, लेकिन क्योंकि उन्होंने कोल नंबर है, बहुमत हैगी, वो इस कानून नू लागू करन ते मैं उस सरकार का हिस्सा हुआ जिहड़ा वो कानून उन्होंने उत्ते लागू करे जिहदे करके मेरे बुजुर्ग माँ प्यो, मेरे किसान अज धरनिया च सड़कों में बैठे हुए हैं। सो अपनी ज़मीर की आवाज़ सुनते हुए पहले अपना इस्तीफा मैं दिता, उसके बाद पार्लीमेंट में जाके अपने किसान वीरां की भैन बन के, धी बन के इस ऑर्डीनेंस के खिलाफ उन्होंने आवाज़ बन के मैं आवाज़ उठाई। असी दोनों ने विरोध किया है तो हुण लंबे संघर्ष की शुरुआत है कि किसानों की शंकावां दूर करने वास्ते मोढे दे नाल मोढा लगा के जिथे वो बैठणगे उन्होंने नाल बैठांगे तो उन्होंने नाल मिल के लड़ाई लड़ांगे तो श्रोमणी अकाली दल ते उन्होंने धी साडी पार्टी असी रल मिल के किसान दे हक विच जिवें गुरु साहब तो सिक्ख्या हैगा, दे शिवा बर मोहे है शुभ कर्मन ते कबू ना डरूं और से जब जाए लड़ूं निश्चय कर अपनी जीत करूं। जदों तक जित नहीं होंदी परमात्मा की ओट आसरा लैके असी संघर्ष जारी रखांगे। थैंक यू। पर जेडे पंजाबी हुण किरा अपना माइक ले सर, एक चीज और, अभी पीएम ने ट्वीट किया है, उन्होंने कहा कि किसानों के लिए बिल बहुत अच्छा है और कुछ शक्तियां इसके पीछे हैं जो कि किसानों को भ्रमित कर रही हैं। नहीं रोन डॉक्यूमेंट होंगे ਹੁਣ ਆਪਾਂ ਆਪਣੀ ਗੱਲ ਕਹੀ ਦਿੱਤੀ, ਹੁਣ ਬਾਰ-ਬਾਰ ਆਪਾਂ ਕੋਈ ਨਹੀਂ ਤੇ ਬਾਕੀ ਸਾਰੇ ਥੈਂਕ ਯੂ। ਬਾਕੀ ਸਾਰਿਆਂ ਦੇ ਕਰ ਲਿਆ, ਸਾਰੀ ਆਪਣੀ हिंदी में सारा ही मैंने देखे आए हूँ 1 to 1 टाइम नाउ 1 घंटा लगाया कोई रह नहीं गया, सबको देख गया, पर्सन ही देखे आए मैं। ਸਬਸਕ੍ਰਾਈਬ ਕਰੋ BBC ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।